ਹੈਲੋ, ਗੁੱਡ ਆਫਟਰਨੂਨ। ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਰਾਸ਼ਦੀਪ ਸਿੰਘ, ਤੁਹਾਡਾ ਸਾਰਿਆਂ ਦਾ ਦੋਸਤ। ਮਾਸਟਰ ਕਲਾਸ ਇਹ ਉਹ ਪਲੇਟਫਾਰਮ ਹੈ ਜਿੱਥੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਤਕਰੀਬਨ ਅੱਜ ਤੋਂ 1.5-2 ਸਾਲ ਪਹਿਲਾਂ ਮੈਂ ਪੜ੍ਹਾਉਂਦਾ ਹੁੰਦਾ ਸੀ। ਕਾਫੀ ਟੌਪਿਕਸ ਤੇ ਸਬਜੈਕਟਸ ਜਿਨ੍ਹਾਂ ਨੂੰ ਲੈ ਕੇ ਮੈਂ ਇਸ ਚੈਨਲ ਦੇ ਉੱਪਰ ਕੰਟੈਂਟ ਸ਼ੇਅਰ ਕੀਤਾ ਹੋਇਆ। ਫੋਰ ਐਗਜ਼ਾਮਪਲ ਇੰਡੀਅਨ ਪੋਲਿਟੀ, ਮਾਡਰਨ ਹਿਸਟਰੀ, ਜਿਓਗ੍ਰਾਫੀ, ਮੈਪ ਸੀਰੀਜ਼, ਪੰਜਾਬ ਜੀਕੇ ਤੇ ਹੋਰ ਕਰੰਟ ਅਫੇਅਰਸ ਤੋਂ ਇਲਾਵਾ ਬਹੁਤ ਸਾਰਾ ਕੁਝ ਮੈਂ ਇਸ ਚੈਨਲ ਦੇ ਉੱਪਰ ਪੜ੍ਹਾਇਆ ਹੋਇਆ। ਬਟ ਕੁਝ ਕੁ ਜ਼ਰੂਰੀ ਰੁਝੇਵਿਆਂ ਕਾਰਨ ਮੈਨੂੰ ਇਹ ਚੈਨਲ ਅੱਧ ਵਿਚਕਾਰ ਛੱਡਣਾ ਪਿਆ ਸੀ। ਕੁਝ ਕੁ ਸਮੇਂ ਦੇ ਲਈ ਮੈਨੂੰ ਪੌਜ਼ ਲਾਉਣਾ ਪਿਆ ਸੀ ਕਿਉਂਕਿ ਮੇਰੇ ਕੋਲ ਟਾਈਮ ਦੀ ਕਾਫੀ ਜ਼ਿਆਦਾ ਸ਼ਾਰਟੇਜ ਹੁੰਦੀ ਸੀ। ਬਟ ਹੁਣ ਮੇਰੇ ਕੋਲ ਦੁਬਾਰਾ ਟਾਈਮ ਤੁਸੀਂ ਲਾ ਲਓ ਸਮਾਂ ਅਵੇਲੇਬਲ ਹੋਇਆ ਹੈਗਾ, ਜਿਸ ਕਰਕੇ ਮੈਂ ਸੋਚਿਆ ਵੀ ਮੈਂ ਦੁਬਾਰਾ ਇਸ ਚੈਨਲ ਨੂੰ ਆਪਦੇ ਇਸ ਪਲੇਟਫਾਰਮ ਨੂੰ ਕੰਟੀਨਿਊ ਕਰਾਂ। ਸੋ ਦੋਸਤੋ, ਪੜ੍ਹਾਈ ਛੱਡਣ ਨੂੰ ਮੈਨੂੰ ਵੀ ਲਗਭਗ ਕਾਫੀ ਜ਼ਿਆਦਾ ਸਮਾਂ ਹੋ ਗਿਆ ਸੀ, ਇਸ ਲਈ ਅਜੇ ਮੇਰਾ ਵੀ ਇਹਨਾਂ ਸਬਜੈਕਟਸ ਦੇ ਉੱਪਰ ਇੰਨਾ ਜ਼ਿਆਦਾ ਹੋਲਡ ਦੁਬਾਰਾ ਨਹੀਂ ਬਣਿਆ। ਮੈਨੂੰ ਥੋੜਾ ਟਾਈਮ ਲੱਗਣਾ ਹੈ। ਸੋ ਮੈਂ ਇਮੀਡੀਏਟਲੀ ਤੁਹਾਨੂੰ ਮਤਲਬ ਜਿਹੜੇ ਕੰਟੈਂਟ ਛੱਡਿਆ ਸੀਗਾ, ਫੋਰ ਐਗਜ਼ਾਮਪਲ ਮਾਡਰਨ ਹਿਸਟਰੀ ਤੇ ਕਈ ਸਬਜੈਕਟਸ ਹੋ ਗਏ, ਉਹ ਮੈਂ ਇਮੀਡੀਏਟਲੀ ਤੁਹਾਨੂੰ ਸ਼ੁਰੂ ਨਹੀਂ ਕਰਵਾ ਸਕਦਾ ਕਿਉਂਕਿ ਹਜੇ ਮੇਰਾ ਉਹਨਾਂ ਸਬਜੈਕਟਸ ਦੇ ਉੱਪਰ ਇੰਨਾ ਹੋਲਡ ਨਹੀਂ ਹੈਗਾ। ਮੈਨੂੰ ਮਹੀਨਾ 1.5 ਮਹੀਨਾ ਲੱਗਣਾ ਹੈਗਾ ਮੇਰਾ ਹੋਲਡ ਪ੍ਰੋਪਰਲੀ ਉਹਨਾਂ ਸਬਜੈਕਟਸ ਦੇ ਉੱਪਰ ਬਣ ਜਾਣਾ, ਤੇ ਮੈਂ ਦੁਬਾਰਾ ਹੌਲੀ ਹੌਲੀ ਕਰਕੇ ਸਾਰੇ ਸਬਜੈਕਟਸ ਜਿਹੜੇ ਹੈਗੇ ਨੇ ਆਪਣੇ ਉਹ ਕਵਰ ਕਰਵਾ ਦੂੰਗਾ। ਤੇ ਸ਼ੁਰੂਆਤ ਆਪਾਂ ਇਸ ਚੈਨਲ ਦੀ ਅੱਜ ਤੋਂ, ਹੁਣ ਤੁਸੀਂ ਲਾ ਲਓ 1.5 ਸਾਲ ਪਹਿਲਾਂ ਛੱਡਿਆ ਸੀ, ਹੁਣ ਅੱਜ ਤੋਂ ਮੈਂ ਕੰਟੀਨਿਊ ਦੁਬਾਰਾ ਕਰ ਰਿਹਾ। ਸੋ ਮੈਂ ਇਹ ਸੋਚਿਆ ਵੀ ਮੈਂ ਇਸ ਚੈਨਲ ਦੇ ਉੱਪਰ ਤੁਹਾਨੂੰ ਕੀ ਪੜਾਇਆ ਕਰਾਂ। ਤੁਸੀਂ ਸੋਚਦੇ ਹੋ ਵੀ ਮਾਸਟਰ ਜੀ ਕੀ ਸ਼ੁਰੂ ਕਰਾਉਣਗੇ। ਸੋ ਮੈਂ ਇਹ ਸੋਚਿਆ ਹੈਗਾ ਵੀ ਜਿਹੜੇ ਵੀ ਡੇਲੀ ਦੇ ਇੰਪੋਰਟੈਂਟ ਇਸ਼ੂਜ਼ ਨੇ, ਜਿਹੜੇ ਤੁਸੀਂ ਅਕਸਰ ਨਿਊਜ਼ਪੇਪਰਸ, YouTube ਤੇ ਹੋਰ ਵੀ ਸੋਸ਼ਲ ਜਾਂ ਇਲੈਕਟ੍ਰੋਨਿਕ ਮੀਡੀਆ ਦੇ ਉੱਪਰ ਵੇਖਦੇ ਹੋ, ਉਹਨਾਂ ਮੁੱਦਿਆਂ ਦੇ ਉੱਪਰ ਆਪਾਂ ਚਰਚਾ ਕਰਿਆ ਕਰਾਂਗੇ। ਡੇਲੀ ਇੱਕ ਟੌਪਿਕ ਆਪਾਂ ਡਿਸਕਸ ਕਰਿਆ ਕਰਾਂਗੇ ਜਿਹੜਾ ਕਿ ਤੁਹਾਡੇ ਐਗਜ਼ਾਮ ਪੁਆਇੰਟ ਆਫ View ਦੇ ਲਈ ਕਾਫੀ ਜ਼ਿਆਦਾ ਇੰਪੋਰਟੈਂਟ ਹੋਣ ਵਾਲਾ ਹੈ। ਐਗਜ਼ਾਮ ਪੁਆਇੰਟ ਆਫ View ਤੋਂ ਕਿਵੇਂ? ਤੁਹਾਡੇ ਪ੍ਰੀਲਿਮਸ, PCS ਦਾ ਜਿਹੜਾ ਐਗਜ਼ਾਮ ਹੁੰਦਾ ਹੈ, UPSC ਦਾ ਪ੍ਰੀਲਿਮਸ ਹੋ ਗਿਆ, PPSC ਦੁਆਰਾ ਕੰਡਕਟ ਕੀਤੇ ਜਾਣ ਵਾਲੇ ਵੇਰੀਅਸ ਜਿਹੜੇ ਐਗਜ਼ਾਮੀਨੇਸ਼ਨ ਨੇ, ਉਹਨਾਂ ਵਿੱਚ ਇਹ ਤੁਹਾਡੇ ਜਿਹੜੇ ਟੌਪਿਕਸ ਨੇ ਜਿਨ੍ਹਾਂ ਨੂੰ ਮੈਂ ਬਰਨਿੰਗ ਇਸ਼ੂਜ਼ ਦਾ ਟੈਗ ਦੇ ਰਿਹਾ, ਇਹ ਕਾਫੀ ਜ਼ਿਆਦਾ ਇੰਪੋਰਟੈਂਟ ਰਹਿਣ ਵਾਲੇ ਨੇ। ਇਸ ਤੋਂ ਇਲਾਵਾ ਇਹਨਾਂ ਟੌਪਿਕਸ ਦੇ ਵਿੱਚ ਤੁਸੀਂ ਆਪਦੀ UPSC ਦੀ ਆਨਸਰ ਰਾਈਟਿੰਗ ਦੇ ਲਈ ਵੀ ਕੰਟੈਂਟ ਇਕੱਠਾ ਕਰ ਸਕਦੇ ਹੋਗੇ। ਸੋ ਬਰਨਿੰਗ ਇਸ਼ੂ ਦੀ ਜਿਹੜੀ ਇਹ ਸੀਰੀਜ਼ ਹੈਗੀ, ਇਹ ਅੱਜ ਤੋਂ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ। ਇਸ ਤੇ ਡੇਲੀ ਆਪਾਂ ਇੱਕ ਵੱਖਰੇ ਤੇ ਇੰਪੋਰਟੈਂਟ ਇਸ਼ੂ ਨੂੰ ਆਪਾਂ ਡੇਲੀ ਡਿਸਕਸ ਕਰਿਆ ਕਰਾਂਗੇ। ਸੋ ਅੱਜ ਦਾ ਜਿਹੜਾ ਆਪਣਾ ਟੌਪਿਕ ਹੈਗਾ, ਜਿਹੜਾ ਆਪਾਂ ਪਹਿਲੇ ਸੈਸ਼ਨ ਦੇ ਵਿੱਚ ਡਿਸਕਸ ਕਰਨ ਜਾ ਰਹੇ ਹਾਂ, ਉਹ ਹੈਗਾ ਜੀ ਬਾਈ ਇਲੈਕਸ਼ਨ। ਬਾਈ ਇਲੈਕਸ਼ਨ ਜਾਂ ਬਾਈਪੋਲ ਇਲੈਕਸ਼ਨ, ਤੁਸੀਂ ਕਿਸੇ ਵੀ ਨਾਮ ਨਾਲ ਇਹਨੂੰ ਬੁਲਾ ਸਕਦੇ ਹੋ। ਕਾਫੀ ਜ਼ਿਆਦਾ ਇੰਪੋਰਟੈਂਟ ਟੌਪਿਕ ਹੈ ਤੇ ਅੱਜ ਕੱਲ ਇਹ ਟੌਪਿਕ ਕਾਫੀ ਜ਼ਿਆਦਾ ਨਿਊਜ਼ ਦੇ ਵਿੱਚ ਹੈ। ਉਹ ਕਿਵੇਂ? ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜਲੰਧਰ ਕੌਂਸਟੀਟੂਐਂਸੀ ਦੇ ਵਿੱਚ ਇਲੈਕਸ਼ਨਸ ਹੋਣ ਜਾ ਰਹੀਆਂ ਨੇ 10 ਮਈ ਨੂੰ, ਯਾਨੀ ਕਿ ਅੱਜ 8 ਤਰੀਕ ਹੈ। ਪਰਸੋਂ ਨੂੰ ਜਲੰਧਰ 'ਚ ਇਲੈਕਸ਼ਨ ਨੇ। ਕਿਹੜੀਆਂ ਇਲੈਕਸ਼ਨ ਨੇ ਇਹ? ਬਾਈ ਇਲੈਕਸ਼ਨ ਨੇ। ਕਾਫੀ ਜ਼ਿਆਦਾ ਪੋਲੀਟੀਕਲ ਤੁਸੀਂ ਲੈ ਲਓ ਰੇੜਕਾ ਪਿਆ ਹੋਏਗਾ। ਕਾਫੀ ਪੋਲੀਟੀਕਲ ਪਾਰਟੀਆਂ ਨੇ ਜਿਹੜੀਆਂ ਵੱਖ-ਵੱਖ ਇਸ ਜਲੰਧਰ ਕੌਂਸਟੀਟੂਐਂਸੀ ਦੇ ਉੱਪਰ ਆਪਣੀ ਸੀਟ ਜਿੱਤਣ ਦੇ ਲਈ ਕਾਫੀ ਜ਼ਿਆਦਾ ਕੈਂਪੇਨਿੰਗ ਵਗੈਰਾ ਕਰ ਰਹੇ ਸੀਗੇ। ਸੋ ਇਹ ਜਿਹੜਾ ਜਲੰਧਰ ਦਾ ਜਿਹੜਾ ਗੜ੍ਹ ਹੈਗਾ, ਇਹ ਕਾਫੀ ਜ਼ਿਆਦਾ ਪਿਛਲੇ ਕੁਝ ਸਮੇਂ ਤੋਂ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਸੀਗਾ। ਆਪਣੇ ਲਈ ਇਲੈਕਸ਼ਨ ਇੰਪੋਰਟੈਂਟ ਨਹੀਂ ਹੈਗੇ ਵੀ ਜਲੰਧਰ 'ਚ ਇਲੈਕਸ਼ਨ ਹੋ ਗਏ, ਕਿਹੜੀ ਪਾਰਟੀ ਨੇ ਆਪਦਾ ਕਿਹੜਾ ਕੈਂਡੀਡੇਟ ਖੜਾ ਕਰਿਆ ਤੇ ਕਿਹੜੀ ਪਾਰਟੀ ਦਾ ਕੈਂਡੀਡੇਟ ਅੱਗੇ ਜਿੱਤੂਗਾ ਜਾਂ ਕਿਹੜੀ ਪਾਰਟੀ ਜਲੰਧਰ ਦੇ ਵਿੱਚ ਆਪਦੀ ਸੀਟ ਲੈ ਕੇ ਜਾਊਗੀ। ਇਹ ਚੀਜ਼ ਆਪਣੇ ਲਈ ਬਿਲਕੁਲ ਵੀ ਇੰਪੋਰਟੈਂਟ ਨਹੀਂ ਹੈਗੀ। ਆਪਣੇ ਲਈ ਇੰਪੋਰਟੈਂਟ ਹੈਗਾ ਕੀ ਹੈ? ਸੋ ਆਪਣੇ ਲਈ ਜਿਹੜੀ ਟਰਮ ਇੰਪੋਰਟੈਂਟ ਹੈਗੀ ਹੈ, ਉਹ ਹੈਗੀ ਹੈ ਇਹ ਬਾਈ ਇਲੈਕਸ਼ਨ। ਇਹ ਬਾਈ ਇਲੈਕਸ਼ਨ ਹੁੰਦਾ ਕੀ ਹੈ? ਇਲੈਕਸ਼ਨ ਤਾਂ ਆਪਾਂ ਸੁਣਦੇ ਅਕਸਰ, ਬਟ ਇਹ ਬਾਈ ਇਲੈਕਸ਼ਨ ਜਾਂ ਜਿਹਨੂੰ ਜਿਮਨੀ ਚੋਣ ਕਹਿ ਲਓ ਤੁਸੀਂ ਪੰਜਾਬੀ ਭਾਸ਼ਾ ਦੇ ਵਿੱਚ, ਇਹ ਹੁੰਦਾ ਕੀ ਹੈ? ਸੋ ਇਹਦੇ ਬਾਰੇ ਅੱਜ ਆਪਾਂ ਡਿਸਕਸ ਕਰਾਂਗੇ। ਪਹਿਲਾਂ ਇਹ ਦੇਖੀਏ ਵੀ ਜਲੰਧਰ ਦੇ ਵਿੱਚ ਬਾਈ ਇਲੈਕਸ਼ਨ ਹੋ ਕਿਉਂ ਰਹੀ ਹੈ। ਉਹ ਇਸ ਕਰਕੇ ਹੋ ਰਹੀ ਹੈ ਕਿਉਂਕਿ ਜਲੰਧਰ ਦੇ ਜਿਹੜੇ ਲੋਕ ਸਭਾ ਦੇ ਸੰਸਦ ਸੀਗੇ, MP ਸੰਤੋਖ ਚੌਧਰੀ ਜੀ, ਉਹਨਾਂ ਦੀ ਪਿੱਛੇ ਕੁਝ ਕੁ ਸਮੇਂ ਪਹਿਲਾਂ ਹਾਰਟ ਅਟੈਕ ਕਾਰਨ ਮੌਤ ਹੋ ਗਈ ਸੀ, ਯਾਨੀ ਕਿ ਉਹਨਾਂ ਦਾ ਦੇਹਾਂਤ ਹੋ ਗਿਆ ਸੀ। ਸੋ ਉਹਨਾਂ ਦੀ ਜਿਹੜੀ MP ਦੀ ਸੀਟ ਸੀਗੀ ਲੋਕ ਸਭਾ ਦੀ ਜਲੰਧਰ ਕੌਂਸਟੀਟੂਐਂਸੀ ਤੋਂ, ਉਹ ਖਾਲੀ ਹੋ ਗਈ ਸੀ। ਉਹ ਸੀਟ ਨੂੰ ਭਰਨ ਦੇ ਲਈ ਇੱਥੇ ਜਲੰਧਰ 'ਚ ਬਾਈ ਇਲੈਕਸ਼ਨ ਹੋਣ ਜਾ ਰਹੀ ਹੈ। ਸੋ ਮੈਂ ਫਿਰ ਉਹੀ ਗੱਲ ਦੁਹਰਾ ਰਿਹਾ, ਇਹ ਬਾਈ ਇਲੈਕਸ਼ਨ ਹੁੰਦੀ ਕੀ ਹੈ? ਵੋਟਾਂ ਤਾਂ ਆਪਾਂ ਅਕਸਰ ਦੇਖਦੇ ਹਾਂ, MP ਦੀਆਂ ਵੋਟਾਂ ਵੀ ਤੁਸੀਂ ਵੋਟ ਪਾਉਂਦੇ ਹੋ, ਠੀਕ ਹੈ, ਹਰੇਕ 5 ਸਾਲ ਬਾਅਦ ਜਿਹੜੀਆਂ ਹੁੰਦੀਆਂ ਨੇ। ਸਿਮਿਲਰਲੀ ਜਿਹੜੀ ਲੈਜਿਸਲੇਟਿਵ ਅਸੈਂਬਲੀ 'ਚ ਜਿਹੜੀਆਂ ਆਪਾਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਜਿਹਨੂੰ ਆਪਾਂ ਕਹਿ ਦਿੰਦੇ ਹਾਂ, 117 MLA ਆਪਾਂ ਇਲੈਕਟ ਕਰਕੇ ਪੰਜਾਬ ਵਿਧਾਨ ਸਭਾ ਨੂੰ ਭੇਜਦੇ ਹਾਂ, ਉਹ ਵੀ ਵੋਟਾਂ ਆਪਾਂ ਪਾਉਂਦੇ ਹਾਂ। ਬਟ ਇਹ ਬਾਈ ਇਲੈਕਸ਼ਨ ਦੇ ਬਾਰੇ ਅਕਸਰ ਕਈ ਕੈਂਡੀਡੇਟ ਨੇ ਕਿ ਜਿਹੜੇ ਉਹਨਾਂ ਨੂੰ ਪਤਾ ਨਹੀਂ ਲੱਗ ਪਾਉਂਦਾ ਵੀ ਬਾਈ ਇਲੈਕਸ਼ਨ ਹੁੰਦੇ ਕੀ ਨੇ। ਬੇਸਿਕਲੀ ਨਾਮ ਤਾਂ ਆਪਾਂ ਸੁਣ ਲੈਂਦੇ ਹਾਂ, ਬਟ ਇਹਦਾ
पेपर ਤੁਸੀਂ ਲਾ ਲਓ पेपर पॉइंट ऑफ व्यू ਦੇ ਲਈ ਕੀ ਮਤਲਬ ਪਰਸਪੈਕਟਿਵ ਹੈ, ਇਹ ਆਪਾਂ ਨੂੰ ਸਮਝਣਾ ਪੈਣਾ ਕਿਉਂਕਿ ਇਹ एग्जाम पॉइंट ऑफ व्यू ਦੇ ਲਈ ਕਾਫੀ ਜ਼ਿਆਦਾ ਇੰਪੋਰਟੈਂਟ ਟੌਪਿਕ ਹੈ। ਸੋ ਆਓ ਸਮਝਦੇ ਆਪਾਂ ਬਾਈ ਇਲੈਕਸ਼ਨਸ ਹੁੰਦੇ ਕੀ ਨੇ। ਦੇਖੋ ਸਭ ਤੋਂ ਪਹਿਲਾਂ ਇਹ ਇਲੈਕਸ਼ਨ ਦਾ ਮਤਲਬ ਮੈਂ ਜਿਵੇਂ ਤੁਹਾਨੂੰ ਪਹਿਲਾਂ ਸਮਝਾ ਦਿੱਤਾ ਸੀਗਾ, ਦੱਸ ਦਿੱਤਾ ਸੀਗਾ ਵੀ ਲੋਕ ਸਭਾ ਦੀ ਜਿਹੜੀ ਸੰਤੋਖ ਚੌਧਰੀ ਜੀ ਦੀ ਜਿਹੜੀ ਸੀਟ ਸੀਗੀ ਉਹ ਖਾਲੀ ਹੋਈ ਸੀ। ਕਿਉਂ? ਕਿਉਂਕਿ ਉਹਨਾਂ ਦੀ ਡੈਥ ਹੋ ਗਈ ਸੀ। ਉਹ ਸੀਟ ਨੂੰ ਭਰਨ ਦੇ ਲਈ ਜਿਹੜੀਆਂ ਇਲੈਕਸ਼ਨ ਕਰਵਾਈ ਜਾਂਦੀਆਂ ਨੇ ਇਹ ਬਾਈ ਇਲੈਕਸ਼ਨ ਹੁੰਦੀਆਂ ਨੇ। ਬਾਈ ਇਲੈਕਸ਼ਨ ਦੇ ਹੋਣ ਦੇ ਕੁਝ ਕੁ ਗਰਾਊਂਡਸ ਨੇ, ਇਹ ਧਿਆਨ ਨਾਲ ਪੜਿਓ, ਇੱਥੋਂ ਹੀ ਕੁਐਸਚਨ ਬਣਨਾ ਤੁਹਾਡੇ ਪੇਪਰ ਪੁਆਇੰਟ ਆਫ View ਦੇ ਲਈ। ਸੋ ਜਿਹੜੀਆਂ ਇਲੈਕਸ਼ਨਸ ਇੱਕ ਜਾਂ ਇੱਕ ਤੋਂ ਵੱਧ ਕਨਸਟੀਟੂਐਂਸੀ ਨੂੰ ਪੰਜਾਬੀ ਦੇ ਵਿੱਚ ਆਪਾਂ ਕਹਿੰਦੇ ਆ ਹਲਕਾ, ਜਿਵੇਂ ਕਿ ਤੁਹਾਡੇ ਵਿਧਾਨ ਸਭਾ ਦਾ ਹਲਕਾ ਹੁੰਦਾ, ਸਿਮਿਲਰਲੀ ਲੋਕ ਸਭਾ ਦਾ ਵੀ ਹਲਕਾ ਹੁੰਦਾ, ਉਹਦਾ ਦਾਇਰਾ ਥੋੜਾ ਜਿਹਾ ਵਿਧਾਨ ਸਭਾ ਦੇ ਹਲਕੇ ਨਾਲੋਂ ਵੱਡਾ ਹੁੰਦਾ। ਇਹ ਗੱਲ ਤੁਸੀਂ ਸਾਰੇ ਜਾਣਦੇ ਹੋ। ਸੋ ਸਭ ਤੋਂ ਪਹਿਲਾਂ ਇੱਕ ਜਾਂ ਇੱਕ ਤੋਂ ਵੱਧ ਕਨਸਟੀਟੂਐਂਸੀ ਦੇ ਉੱਪਰ ਜਿਹੜੀਆਂ ਇਲੈਕਸ਼ਨਸ ਹੈਲਡ ਹੁੰਦੀਆਂ ਨੇ, ਕਿਸ ਕਾਰਨ ਕਰਕੇ, ਉਹ ਕਾਰਨ ਆਪਾਂ ਨੇ ਸਮਝਣੇ ਨੇਗੇ, ਉਹ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਪੇਪਰ ਪੁਆਇੰਟ ਆਫ View ਦੇ ਲਈ। ਉਹ ਕਾਰਨ ਹੈਗੇ ਨੇ ਡੈਥ ਜਾਂ ਰੈਜ਼ਿਗਨੇਸ਼ਨ ਆਫ ਕੈਂਡੀਡੇਟ। ਇਸ ਤੋਂ ਇਲਾਵਾ ਜਾਂ ਕੋਈ ਕੈਂਡੀਡੇਟ, ਕੋਈ ਚਾਹੇ MLA ਹੋਵੇ ਜਾਂ MP ਹੋਵੇ, ਉਹ ਆਪਣੀ ਸੀਟ ਤੋਂ ਅਸਤੀਫਾ ਦੇ ਦੇ, ਰੈਜ਼ਿਗਨੇਸ਼ਨ ਦੇ ਦੇ, ਜਾਂ ਉਹਨੂੰ ਕੱਢ ਦਿੱਤਾ ਗਿਆ ਹੋਵੇ, ਯਾਨੀ ਕਿ ਜਾਂ ਮੀਨਸ ਟੂ ਸੇ ਉਹਨੂੰ ਡਿਸਕੁਆਲੀਫਾਈ ਕਰ ਦਿੱਤਾ ਗਿਆ ਹੋਵੇ। ਇਹਨਾਂ ਗਰਾਊਂਡਸ ਕਰਕੇ ਜਿਹੜੀਆਂ ਇਲੈਕਸ਼ਨਸ ਹੁੰਦੀਆਂ ਨੇ ਉਹਨਾਂ ਨੂੰ ਆਪਾਂ ਜਿਮਨੀ ਚੋਣਾਂ ਕਹਿ ਦਿੰਦੇ ਆ, ਯਾਨੀ ਕਿ ਬਾਈ ਇਲੈਕਸ਼ਨ ਕਹਿ ਦਿੰਦੇ ਆ। ਸੋ ਇਹ ਗਰਾਊਂਡਸ ਤੁਸੀਂ ਸਾਰਿਆਂ ਨੇ ਧਿਆਨ ਨਾਲ ਪੜ੍ਹਨੇ ਨੇ, ਕਿਹੜੇ ਕਾਰਨਾਂ ਕਰਕੇ ਜਦੋਂ ਸੀਟ ਖਾਲੀ ਹੁੰਦੀ ਹੈ, ਜਾਂ ਕੈਂਡੀਡੇਟ ਦੀ ਡੈਥ ਹੋ ਜੇ, ਜਾਂ ਉਹ ਰੈਜ਼ਿਗਨੇਸ਼ਨ ਦੇ ਦੇ, ਅਸਤੀਫਾ, ਜਾਂ ਉਹਨੂੰ ਤੁਸੀਂ ਕਹਿ ਲਓ ਕੱਢ ਦਿੱਤਾ ਗਿਆ ਹੋਵੇ, ਉੱਥੇ ਜਿਹੜੀ ਵੇਕੈਂਟ ਸੀਟ ਹੁੰਦੀ ਹੈ ਉਹਨੂੰ ਭਰਨ ਦੇ ਲਈ ਜਿਹੜੀ ਇਲੈਕਸ਼ਨ ਕਰਵਾਈ ਜਾਂਦੀ ਹੈ ਉਹ ਹੁੰਦੀ ਹੈ ਜੀ ਬਾਈ ਇਲੈਕਸ਼ਨ। ਅੱਛਾ, ਹੁਣ ਜਿਹੜੀ ਤੁਸੀਂ ਲਾ ਲਓ ਜਿਹੜੀ MP ਸੰਤੋਖ ਚੌਧਰੀ ਵਾਲੀ ਸੀਟ ਖਾਲੀ ਹੋਈ ਹੈ, ਇਹ ਕਿਸ ਗਰਾਊਂਡ ਕਰਕੇ ਹੋਈ ਹੈ? ਇਹ ਆਪਾਂ ਸਾਰਿਆਂ ਨੂੰ ਪਤਾ ਹੈਗਾ, ਸੰਤੋਖ ਚੌਧਰੀ ਜੀ ਦੀ ਹੋਈ ਹੈ ਡੈਥ, ਉਹਨਾਂ ਦੀ ਸੀਟ ਭਰਨ ਦੇ ਲਈ ਇਹ ਜਿਹੜੀ ਇਲੈਕਸ਼ਨ ਹੋਣ ਜਾ ਰਹੀ ਆ ਉਹ ਬਾਈ ਇਲੈਕਸ਼ਨ ਹੈਗੀ। ਸਿਮਿਲਰਲੀ ਜੇ ਮੈਂ ਇੱਕ ਤੁਹਾਨੂੰ ਰੈਜ਼ਿਗਨੇਸ਼ਨ ਦੀ ਐਗਜ਼ਾਮਪਲ ਦੇਵਾਂ, ਵੀ ਕਿਸੇ ਕੈਂਡੀਡੇਟ ਨੇ ਰਿਜ਼ਾਈਨ ਕੀਤਾ ਹੋਵੇ ਤੇ ਉਹਦੀ ਸੀਟ ਖਾਲੀ ਹੋਈ ਹੋਵੇ, ਉਹਨੂੰ ਭਰਨ ਦੇ ਲਈ ਕੀ ਹਾਲ ਫਿਲਹਾਲ ਦੇ ਵਿੱਚ ਕੋਈ ਬਾਈ ਇਲੈਕਸ਼ਨ ਹੋਈ ਹੈ? ਜੀ ਹਾਂ, ਬਿਲਕੁਲ ਹੋਈ ਹੈ। ਪੰਜਾਬ ਦੇ ਮੁੱਖ ਮੰਤਰੀ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਜੀ, ਇਹ ਲੋਕ ਸਭਾ ਦੇ ਸੰਸਦ ਹੁੰਦੇ ਸੀਗੇ, ਯਾਨੀ ਕਿ ਮੈਂਬਰ ਆਫ ਪਾਰਲੀਮੈਂਟ ਹੁੰਦੇ ਸੀਗੇ ਸੰਗਰੂਰ ਕਨਸਟੀਟੂਐਂਸੀ ਤੋਂ। ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ 2022 ਦੇ ਵਿੱਚ ਇਹਨਾਂ ਦੀ ਆਪਣੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਤੇ ਭਗਵੰਤ ਮਾਨ ਜੀ ਪੰਜਾਬ ਸਰਕਾਰ ਦੇ ਮੌਜੂਦਾ ਮੁੱਖ ਮੰਤਰੀ ਨੇ। ਸੋ ਇਹ ਮੁੱਖ ਮੰਤਰੀ ਹੋਣ ਕਰਕੇ ਇਹਨਾਂ ਦੀ ਜਿਹੜੀ ਲੋਕ ਸਭਾ ਦੀ ਸੰਗਰੂਰ ਤੋਂ MP ਦੀ ਸੀਟ ਸੀ ਉਹ ਖਾਲੀ ਹੋ ਗਈ, ਇਹਨਾਂ ਨੂੰ ਅਸਤੀਫਾ ਦੇਣਾ ਪਿਆ, ਕਿਉਂਕਿ ਬੰਦਾ ਜੋ ਵੀ ਮਤਲਬ ਤੁਸੀਂ ਕਹਿ ਲਓ ਇਨਸਾਨ ਹੈਗਾ, ਬੰਦਾ ਹੈ, ਉਹ ਇੱਕ ਟਾਈਮ ਤੇ ਜਾਂ ਤਾਂ MLA ਰਹਿ ਸਕਦਾ ਜਾਂ MP ਰਹਿ ਸਕਦਾ। ਸੋ ਉਹਨਾਂ ਨੂੰ ਆਪਣੀ MP ਦੀ ਜਿਹੜੀ ਸੀਟ ਹੈ ਉਹ ਛੱਡਣੀ ਪਈ ਤੇ ਉਹਨਾਂ ਦੀ ਸੀਟ ਨੂੰ ਭਰਨ ਦੇ ਲਈ ਉੱਥੇ ਕਰਵਾਈਆਂ ਗਈਆਂ ਚੋਣਾਂ, ਯਾਨੀ ਕਿ ਇਲੈਕਸ਼ਨ, ਤੇ ਉਹ ਸੀਟ ਤੇ ਜਿੱਤੇ ਸੀਗੇ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ। ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਇਹ ਅੱਜ ਦੇ ਸਮੇਂ ਭਗਵੰਤ ਮਾਨ ਜੀ ਜਿਹੜੀ ਸੀਟ ਸੀ ਸੰਗਰੂਰ ਕਨਸਟੀਟੂਐਂਸੀ, ਉਹਨੂੰ ਭਰ ਕੇ ਉਸ ਸੀਟ ਤੋਂ ਜਿੱਤ ਕੇ ਇਹ ਲੋਕ ਸਭਾ ਦੇ ਵਿੱਚ ਗਏ ਨੇ। ਸੋ ਬਾਈ ਇਲੈਕਸ਼ਨ ਦੇ ਬਾਰੇ ਮੈਂ ਤੁਹਾਨੂੰ ਦੱਸਤਾ, ਮਤਲਬ ਸਮਝਾਤਾ, ਤੇ ਕਿਹੜੇ ਜਿਹੜੇ ਗਰਾਊਂਡਸ ਨੇ, ਇੰਪੋਰਟੈਂਟ ਗਰਾਊਂਡਸ ਨੇ ਜਿਨ੍ਹਾਂ ਨੂੰ ਲੈ ਕੇ ਇਹ ਇਲੈਕਸ਼ਨਾਂ ਕਰਵਾਈਆਂ ਜਾਂਦੀਆਂ ਨੇ, ਉਹ ਵੀ ਮੈਂ ਤੁਹਾਨੂੰ ਦੱਸਤਾ। ਕਿਹੜਾ? ਡੈਥ ਆਫ ਕੈਂਡੀਡੇਟ, ਜਾਂ ਉਹ ਅਸਤੀਫਾ ਯਾਨੀ ਕਿ ਰੈਜ਼ਿਗਨੇਸ਼ਨ ਦੇ ਦੇ, ਜਾਂ ਉਹਨੂੰ ਡਿਸਕੁਆਲੀਫਾਈ ਕਰ ਦਿੱਤਾ ਜਾਵੇ ਉਹਦੀ ਪੋਸਟ ਤੋਂ। ਇਹਦੇ ਵੀ ਇੱਕ ਐਗਜ਼ਾਮਪਲ ਮੈਂ ਤੁਹਾਨੂੰ ਦੇਣਾ, ਰਾਹੁਲ ਗਾਂਧੀ, ਜਿਵੇਂ ਤੁਹਾਨੂੰ ਇਹਨਾਂ ਨੇ ਸੁਣਿਆ ਹੋਣਾ, ਤੁਸੀਂ ਨਿਊਜ਼ ਦੇ ਵਿੱਚ ਸੁਣਿਆ ਹੋਣਾ, ਇਹਨਾਂ ਦੀ ਲੋਕ ਸਭਾ ਦੀ ਜਿਹੜੀ ਸੀਟ ਹੈ ਉਹ ਖਾਰਜ ਕਰ ਦਿੱਤੀ ਗਈ ਹੈ, ਬਟ ਹਲੇ ਡਿਸਕੁਆਲੀਫਾਈ ਤਾਂ ਇਹਨੂੰ ਕਰ ਦਿੱਤਾ ਗਿਆ, ਬਟ ਉੱਥੇ ਹਲੇ ਬਾਈ ਇਲੈਕਸ਼ਨ ਨਹੀਂ ਹੋਈਆਂ ਕਿਉਂਕਿ ਹਜੇ ਇਹ ਕੋਰਟ ਦੇ ਵਿੱਚ ਚਾਰਾਜੋਈ ਆਪਦੀ ਕਰ ਰਹੇ ਨੇ। ਸੋ ਆਪਾਂ ਅੱਗੇ ਪੜ੍ਹਦੇ ਹਾਂ ਇਸ ਟੌਪਿਕ ਨੂੰ ਹੋਰ। ਵੈਕੈਂਸੀਜ਼ ਫॉर ਬਾਈ ਇਲੈਕਸ਼ਨ ਆਰ ਕੰਸੀਡਰਡ ਐਜ਼ ਸੈਪਰੇਟ ਵੈਕੈਂਸੀਜ਼, ਬਿਲਕੁਲ ਸਹੀ ਗੱਲ ਹੈ, ਐਂਡ ਸੈਪਰੇਟ ਨੋਟੀਫਿਕੇਸ਼ਨ ਆਰ ਇਸ਼ੂਡ ਐਂਡ ਸੈਪਰੇਟ ਪੋਲ ਇਜ਼ ਟੇਕਨ ਫॉर ਈਚ ਆਫ ਦਾ ਵੈਕੈਂਸੀ। ਠੀਕ ਹੈ, ਇਹ ਜਿਹੜੀ ਨਾਰਮਲ ਇਲੈਕਸ਼ਨ ਹੁੰਦੀਆਂ ਨੇਗੀਆਂ 5 ਸਾਲਾਂ ਬਾਅਦ। ਫॉर ਐਗਜ਼ਾਮਪਲ ਪੰਜਾਬ ਦੇ ਵਿੱਚ ਤੁਹਾਨੂੰ ਮੈਂ ਦੱਸਾਂ 117 ਵਿਧਾਨ ਸਭਾ ਦੀਆਂ ਸੀਟਾਂ ਨੇ, ਯਾਨੀ ਕਿ 117 MLA ਆਪਾਂ ਚੁਣਦੇ ਹਾਂ, 5 ਸਾਲਾਂ ਬਾਅਦ ਉਹ ਇਲੈਕਸ਼ਨ ਹੁੰਦੇ ਨੇ, ਆਪਾਂ 117 ਸੀਟਾਂ ਭਰਦੇ ਹਾਂ। ਬਟ ਬਾਈ ਇਲੈਕਸ਼ਨ ਦੇ ਵਿੱਚ ਇਹ ਕ੍ਰਾਈਟੇਰੀਆ ਨਹੀਂ ਹੁੰਦਾ, ਕਿਉਂਕਿ ਬਾਈ ਇਲੈਕਸ਼ਨ 117 ਸੀਟਾਂ ਨੇ ਥੋੜੀ ਹੋਣੀ ਹੈ, ਉਹ ਤਾਂ 1 ਜਾਂ 2, ਹੱਦ 2 ਜਾਂ 3 ਇਹਨਾਂ ਸੀਟਾਂ ਤੇ ਹੀ ਬਾਈ ਇਲੈਕਸ਼ਨ ਹੁੰਦੀ ਹੈ। ਸੋ ਇਹਨਾਂ ਵਾਸਤੇ ਸੈਪਰੇਟ ਤੋਂ ਨੋਟੀਫਿਕੇਸ਼ਨ ਯਾਨੀ ਕਿ ਇਸ਼ਤਿਹਾਰ ਪਬਲਿਸ਼ ਹੁੰਦਾ ਹੈਗਾ, ਤੇ ਇਹਨਾਂ ਦਾ ਵੀ ਜਿਹੜਾ ਪ੍ਰੋਸੀਜਰ ਹੈਗਾ ਉਹ ਵੱਖਰਾ ਹੈਗਾ। ਸੋ ਜਿਵੇਂ ਕਿ ਲਿਖਿਆ ਹੋਇਆ, ਦੇ ਆਰ ਕੰਡਕਟਡ ਫॉर ਸੈਪਰੇਟ ਕਨਸਟੀਟੂਐਂਸੀ ਨੋਟ ਫॉर ਦਾ ਹੋਲ ਕੰਟਰੀ, ਪੂਰੇ ਦੇਸ਼ ਦੇ ਲਈ ਨਹੀਂ ਇਹ ਇਲੈਕਸ਼ਨ ਨਹੀਂ ਕੰਡਕਟ ਕਰਵਾਈ ਜਾਂਦੀ, ਸਿਰਫ ਸੈਪਰੇਟ ਕਨਸਟੀਟੂਐਂਸੀ ਜਿੱਥੇ ਜਿਹੜਾ ਮੈਂ ਤੁਹਾਨੂੰ ਗਰਾਊਂਡ ਦੱਸੇ ਨੇਗੇ ਉਹਨਾਂ ਕਰਕੇ ਜੇ ਲੋਕ ਸਭਾ ਜਾਂ ਵਿਧਾਨ ਸਭਾ ਦੀ ਸੀਟ ਖਾਲੀ ਹੋ ਜੇ ਉਹਨੂੰ ਭਰਨ ਦੇ ਲਈ ਇਹ ਜਿਹੜੀ ਇਲੈਕਸ਼ਨ ਨੇ ਇਹ ਕਰਵਾਈ ਜਾਂਦੀਆਂ ਨੇ। ਅਗਲਾ ਪੁਆਇੰਟ ਕੀ ਕਹਿੰਦੇ ਨੇ, these elections does not have any fixed time interval after which they be held।
ठीक है। ਇਹ ਕਹਿੰਦੇ ਇਹਨਾਂ ਦਾ ਕੋਈ ਵੀ ਪੱਕਾ ਅੰਤਰਾਲ ਜਾਂ ਫਿਕਸ ਟਾਈਮ ਇੰਟਰਵਲ ਨਹੀਂ ਹੁੰਦਾ ਜਿਹਦੇ ਵਿੱਚ ਇਹ ਕਰਵਾਉਣੀਆਂ ਹੁੰਦੀਆਂ ਨੇ। ਬਟ ਇੱਥੇ ਇੱਕ ਬਹੁਤ ਇੰਪੋਰਟੈਂਟ ਆਸਪੈਕਟ ਹੈਗਾ ਜਿਹੜਾ ਆਪਾਂ ਨੂੰ ਪੜ੍ਹਨਾ ਪੈਣਾ ਹੈਗਾ, ਇੱਥੋਂ ਵੀ ਕੁਐਸਚਨ ਬਣਦਾ। ਰਿਪਰੈਜ਼ੈਂਟੇਸ਼ਨ ਆਫ ਪੀਪਲਸ ਐਕਟ 1952, ਇਹਦੇ ਬਾਰੇ ਮੈਂ ਆਪਣੀ ਪੋਲਿਟੀ ਸੀਰੀਜ਼ ਦੇ ਵਿੱਚ ਪੜ੍ਹਾਇਆ ਹੋਇਆ। ਆਰਪੀ ਐਕਟ ਕੀ ਹੁੰਦਾ, ਬੜੀ ਡਿਟੇਲ ਦੇ ਵਿੱਚ ਮੈਂ ਪੋਲਿਟੀ ਕਵਰ ਕਰਵਾਈ ਹੈ, ਉਹਦੇ ਵਿੱਚ ਤੁਸੀਂ ਆਰਪੀ ਐਕਟ ਦੀ ਵੀਡੀਓ ਦੇਖ ਸਕਦੇ। ਇਸ ਐਕਟ ਦਾ ਜਿਹੜਾ ਸੈਕਸ਼ਨ 151A ਹੈ, ਇਹ ਕੀ ਕਹਿੰਦਾ, ਇਹ ਆਪਾਂ ਨੂੰ ਪੜ੍ਹਨਾ ਪੈਣਾ, ਬੜਾ ਹੀ ਇੰਪੋਰਟੈਂਟ ਹੈ, ਧਿਆਨ ਨਾਲ ਪੜ੍ਹੋ। ਇਹ ਕਹਿੰਦਾ ਸੈਕਸ਼ਨ 151A of RP Act 1951 mandates the election commission to fill the casual vacancy in the House of Parliament and state legislature through by-election within 6 months from the date of occurrence of the vacancy, provided that the remainder of the term of a member in relation to a vacancy is 1 year or more। ਸਮਝੋ ਹੁਣ ਇਹ ਕੀ ਕਹਿੰਦਾ। ਇਹ ਕਹਿੰਦੇ ਜਦੋਂ ਵੀ ਕਿਸੇ ਕੈਂਡੀਡੇਟ ਦੀ, ਚਾਹੇ ਉਹ ਲੋਕ ਸਭਾ ਦਾ ਕੈਂਡੀਡੇਟ ਹੋਵੇ ਜਾਂ ਵਿਧਾਨ ਸਭਾ ਦਾ, ਫੋਰ ਐਗਜ਼ਾਮਪਲ ਚਾਹੇ ਉਹ ਐਮਐਲਏ ਹੋਵੇ ਜਾਂ ਐਮਪੀ ਹੋਵੇ, ਕਹਿਣ ਤੋਂ ਭਾਵ ਮੇਰਾ ਇਹ ਸੀਗਾ, ਉਹਦੀ ਜੇ ਸੀਟ ਖਾਲੀ ਹੋ ਜੇ ਤਾਂ ਉੱਥੇ ਜਿਹੜੀ ਇਲੈਕਸ਼ਨ ਕਰਵਾਈ ਜਾਂਦੀ ਹੈ ਉਹ ਬਾਈ ਇਲੈਕਸ਼ਨ ਕਰਵਾਈ ਜਾਂਦੀ ਹੈ। ਇਹ ਆਪਾਂ ਸਾਰਿਆਂ ਨੇ ਹੁਣ ਪਤਾ ਲੱਗ ਚੁੱਕਿਆ। ਬਟ ਇਹ ਕਿੰਨੇ ਟਾਈਮ ਦੇ ਅੰਦਰ ਅੰਦਰ ਕਰਵਾਉਣੀ ਹੁੰਦੀ ਹੈ, ਉਹ ਟਾਈਮ ਹੈਗਾ ਜੀ 6 ਮਹੀਨੇ। ਫੋਰ ਐਗਜ਼ਾਮਪਲ ਸੰਤੋਖ ਚੌਧਰੀ ਜੀ ਦੀ ਡੈਥ ਨੂੰ ਹਾਲੇ ਥੋੜਾ ਹੀ ਟਾਈਮ ਹੋਇਆ, ਸੋ 6 ਮਹੀਨਿਆਂ ਦੇ ਅੰਦਰ ਅੰਦਰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਉਹ ਇਲੈਕਸ਼ਨ ਕੰਡਕਟ ਕਰਵਾ ਦੇਣੇ, ਯਾਨੀ ਕਿ ਪਰਸੋਂ ਨੂੰ ਤਾਂ ਹੁਣ ਇਲੈਕਸ਼ਨ ਹੋ ਜਾਣੀ ਹੈਗੀ। ਸੋ ਜਦੋਂ ਕਿਸੇ ਐਮਐਲਏ ਜਾਂ ਐਮਪੀ ਦੀ ਸੀਟ ਖਾਲੀ ਹੋ ਜੇ, ਉਹਦੀ ਡੈਥ, ਉਹਦੀ ਰੈਜ਼ਿਗਨੇਸ਼ਨ ਜਾਂ ਉਹਦੀ ਡਿਸਕੁਆਲੀਫਿਕੇਸ਼ਨ ਕਾਰਨ, ਤਾਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ 6 ਮਹੀਨਿਆਂ ਦੇ ਅੰਦਰ ਅੰਦਰ ਜਦੋਂ ਸੀਟ ਖਾਲੀ ਹੋਈ ਹੋਵੇ, ਉਹਦੇ ਤੋਂ 6 ਮਹੀਨਿਆਂ ਦੇ ਅੰਦਰ ਅੰਦਰ ਦੁਬਾਰਾ ਇਲੈਕਸ਼ਨ ਉਸ ਸੀਟ ਦੇ ਉੱਪਰ ਕਰਵਾਉਣੇ ਪੈਣਗੇ। ਇੰਪੋਰਟੈਂਟ ਪੁਆਇੰਟ ਇੱਥੇ ਦੇਖੋ, ਕਹਿੰਦੇ ਪ੍ਰੋਵਾਈਡਡ ਦੈਟ ਦਾ ਰਿਮਾਈਂਡਰ ਆਫ ਦਾ ਟਰਮ ਆਫ ਦਾ ਮੈਂਬਰ ਇਨ ਰਿਲੇਸ਼ਨ ਟੂ ਅ ਵੈਕੈਂਸੀ ਇਜ਼ 1 ਈਅਰ ਮੋਰ। ਇਹ ਸਮਝੋ ਧਿਆਨ ਨਾਲ, 6 ਮਹੀਨਿਆਂ ਦੇ ਵਿੱਚ ਤਾਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਇਲੈਕਸ਼ਨ ਕਰਵਾਉਣੇ ਪੈਣਗੇ, ਬਟ ਜੇ ਉਸ ਐਮਐਲਏ ਜਾਂ ਐਮਪੀ ਦੀ ਜਿਹੜੀ ਟੈਨਿਓਰ ਹੈਗੀ ਉਹ 1 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ। ਸਮਝੇ? ਇੱਕ ਮਿੰਟ ਤੁਹਾਨੂੰ ਮੈਂ ਦੁਬਾਰਾ ਰਿਪੀਟ ਕਰਦਾ, 1 ਮਿੰਟ ਹੋਲਡ ਕਰਿਓ। ਸੋ ਕਹਿਣ ਤੋਂ ਭਾਵ ਮੇਰਾ ਇਹ ਸੀਗਾ, ਬਾਈ ਇਲੈਕਸ਼ਨ ਸੀਟ ਖਾਲੀ ਹੋਣ ਤੋਂ 6 ਮਹੀਨੇ ਦੇ ਅੰਦਰ ਅੰਦਰ ਕਰਵਾਉਣੇ ਲਾਜ਼ਮੀ ਨੇ। ਇਲੈਕਸ਼ਨ ਕਮਿਸ਼ਨ ਆਫ ਇੰਡੀਆ ਇਹ ਇਲੈਕਸ਼ਨ ਕਰਵਾਉਂਦਾ ਐਜ਼ ਪਰ ਸੈਕਸ਼ਨ 151A ਆਫ ਰਿਪਰੈਜ਼ੈਂਟੇਸ਼ਨ ਆਫ ਪੀਪਲ ਐਕਟ 1951। ਬਟ ਗੱਲ ਇਹ ਹੈ, ਸਮਝਣ ਵਾਲੀ ਗੱਲ ਇਹ ਹੈ ਵੀ ਜੇ ਅਗਲੀਆਂ ਵੋਟਾਂ ਦੇ ਵਿੱਚ 1 ਸਾਲ ਤੋਂ ਘੱਟ ਦਾ ਸਮਾਂ ਰਹਿੰਦਾ ਹੋਵੇ ਤਾਂ ਬਾਈ ਇਲੈਕਸ਼ਨ ਨਹੀਂ ਕੰਡਕਟ ਕਰਵਾਏ ਜਾਂਦੇ। ਫੋਰ ਐਗਜ਼ਾਮਪਲ ਹੁਣ ਸੰਤੋਖ ਚੌਧਰੀ ਜੀ ਦੀ ਡੈਥ ਹੋਈ ਹੈ, 1 ਸਾਲ ਬਾਅਦ ਜਨਰਲ ਇਲੈਕਸ਼ਨਸ ਹੋਣੀਆਂ ਨੇ ਲੋਕ ਸਭਾ ਦੀਆਂ, 1 ਸਾਲ ਦਾ ਸਮਾਂ ਹਜੇ ਪਿਆ, ਸੋ ਇਲੈਕਸ਼ਨ ਕੰਡਕਟ ਕਰਵਾ ਸਕਦਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ। ਬਟ ਜੇ ਹੁਣ ਅਗਲੀਆਂ ਵੋਟਾਂ, ਫੋਰ ਐਗਜ਼ਾਮਪਲ ਵਿਧਾਨ ਸਭਾ ਦੀਆਂ, ਆਪਾਂ ਵਿਧਾਨ ਸਭਾ ਦੀ ਗੱਲ ਲਾ ਲੈਣਾ, 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਉਹ ਚੁਣੀ ਗਈ ਹੈ। ਹੁਣ ਫੋਰ ਐਗਜ਼ਾਮਪਲ 2000 ਲਾ ਲਓ ਤੁਸੀਂ 2023 ਦੇ ਵਿੱਚ ਪੰਜਾਬ ਵਿਧਾਨ ਸਭਾ ਦੀ ਕੋਈ ਵੀ ਐਮਐਲਏ ਦੀ ਸੀਟ ਖਾਲੀ ਹੋ ਜਾਂਦੀ ਹੈ, ਤਾਂ ਉਹ ਸੀਟ ਦੇ ਖਾਲੀ ਹੋਣ ਤੋਂ 6 ਮਹੀਨੇ ਦੇ ਅੰਦਰ ਅੰਦਰ ਸੀਟ ਭਰੀ ਜਾਣੀ ਆ। ਉਹ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਉਹ ਸੀਟ ਦੇ ਉੱਪਰ ਬਾਈ ਇਲੈਕਸ਼ਨ ਕਰਵਾ ਦੂਗਾ। ਤੇ ਹੁਣ ਤੁਸੀਂ ਲਾ ਲਓ ਪੰਜਾਬ ਦੇ ਵਿੱਚ ਅਗਲੀਆਂ ਜਿਹੜੇ ਜਨਰਲ ਇਲੈਕਸ਼ਨ ਨੇ ਕਦੋਂ ਹੋਣੀਆਂ ਨੇ, 2022 ਤੋਂ ਤੁਸੀਂ ਲਾ ਲਓ 5 ਸਾਲ ਬਾਅਦ ਦਾ ਸਮਾਂ ਲਾ ਲਓ, 22 ਤੋਂ ਬਾਅਦ 27 ਚ ਵਿੱਚ ਅਗਲੀਆਂ ਇਲੈਕਸ਼ਨ ਹੋਣੀਆਂ ਨੇ। ਹੁਣ ਜੇ ਤੁਸੀਂ ਗੱਲ ਲਾ ਲਓ, ਜੇ ਪੰਜਾਬ ਵਿਧਾਨ ਸਭਾ ਦੀ ਸੀਟ 2027 ਦੇ ਅੱਧ ਦੇ ਵਿੱਚ ਖਾਲੀ ਹੁੰਦੀ ਹੈ, ਯਾਨੀ ਕਿ ਜਿਹੜੀਆਂ ਅਗਲੀਆਂ ਜਨਰਲ ਇਲੈਕਸ਼ਨ ਨੇ ਉਹਨਾਂ ਨੂੰ ਹੋਣ ਦੇ ਵਿੱਚ ਲਗਭਗ ਤੁਸੀਂ ਲਾ ਲਓ ਫੋਰ ਐਗਜ਼ਾਮਪਲ 6 ਤੋਂ 8 ਮਹੀਨੇ ਦਾ ਸਮਾਂ ਰਹਿੰਦਾ ਹੋਵੇ, ਤਾਂ ਉੱਥੇ ਬਾਈ ਇਲੈਕਸ਼ਨ ਕਰਵਾਉਣੀਆਂ ਲਾਜ਼ਮੀ ਨਹੀਂ ਹੈਗੀਆਂ, ਯਾਨੀ ਕਿ ਉੱਥੇ ਬਾਈ ਇਲੈਕਸ਼ਨ ਕਰਵਾਈਆਂ ਨਹੀਂ ਜਾਣੀਆਂ। ਇਹ ਬਹੁਤ ਜ਼ਿਆਦਾ ਇੰਪੋਰਟੈਂਟ ਪੁਆਇੰਟ ਸੀਗਾ, ਇਹਨੂੰ ਧਿਆਨ ਨਾਲ ਪੜ੍ਹਿਓ। ਹੁਣ ਤੁਹਾਡੇ ਸਾਰਿਆਂ ਦੇ ਲਈ ਇੱਕ ਕੁਐਸਚਨ ਲੈ ਕੇ ਆਇਆ ਮੈਂ ਬਾਈ ਇਲੈਕਸ਼ਨ ਨੂੰ ਲੈ ਕੇ। ਦੇਖੋ ਵਾਟ ਇਜ਼ ਅ ਬਾਈ ਇਲੈਕਸ਼ਨ। ਬਾਈ ਇਲੈਕਸ਼ਨ ਬਾਰੇ ਆਪਾਂ ਦੱਸਣਾ ਇਹਨਾਂ 4 ਆਪਸ਼ਨਾਂ ਦੇ ਵਿੱਚੋਂ ਕਿਹੜੀ ਆਪਸ਼ਨ ਠੀਕ ਹੈ। ਪਹਿਲੀ ਆਪਸ਼ਨ, ਇਲੈਕਸ਼ਨਸ ਹੈਲਡ ਵੈਨ ਇਹ ਲੋਕ ਸਭਾ ਡਿਸੋਲਵਡ ਬਿਫੋਰ ਦਾ ਕੰਪਲੀਸ਼ਨ ਆਫ ਇਟ ਟਰਮ। ਕੀ ਇਹ ਸਟੇਟਮੈਂਟ ਠੀਕ ਹੈ ਜਾਂ ਗਲਤ ਹੈ? ਬਿਲਕੁਲ ਗਲਤ ਹੈ ਜੀ। ਜਦੋਂ ਲੋਕ ਸਭਾ ਡਿਸੋਲਵ ਹੋ ਜੇ ਇਹਦਾ ਮਤਲਬ ਸਰਕਾਰ ਹੀ ਗਿਰ ਗਈ, ਨਵੀਂ ਸਰਕਾਰ ਚੁਣੀ ਜਾਣੀ ਹੈ, ਪੂਰੀ ਸਰਕਾਰ ਚੁਣੀ ਜਾਣੀ ਹੈ, ਇਹਦਾ ਮਤਲਬ ਉਹਦੇ ਪੂਰੇ ਐਮਪੀ ਚੁਣੇ ਜਾਣੇ ਨੇ, ਉੱਥੇ ਹੋਣਗੀਆਂ ਜੀ ਜਨਰਲ ਇਲੈਕਸ਼ਨ, ਨਾ ਕਿ ਬਾਈ ਇਲੈਕਸ਼ਨ। ਆਪਸ਼ਨ ਬੀ ਕੀ ਕਹਿੰਦੀ ਹੈ, ਇਲੈਕਸ਼ਨਸ ਹੈਲਡ ਵੈਨ ਵਿਧਾਨ ਸਭਾ ਇਜ਼ ਡਿਸੋਲਵਡ। ਸਿਮਿਲਰਲੀ ਇਹ ਵੀ ਗਲਤ ਸਟੇਟਮੈਂਟ ਹੈ, ਜਿਹਦਾ ਐਕਸਪਲੇਨੇਸ਼ਨ ਮੈਂ ਤੁਹਾਨੂੰ ਆਪਸ਼ਨ ਏ ਦੇ ਵਿੱਚ ਦੇ ਚੁੱਕਿਆ। ਆਪਸ਼ਨ ਸੀ ਕਹਿੰਦੀ ਹੈ ਇਲੈਕਸ਼ਨਸ ਦੈਟ ਹੈਪਨ ਐਵਰੀ 5 ਈਅਰ। 5 ਸਾਲਾਂ ਬਾਅਦ ਕਿਹੜੀਆਂ ਇਲੈਕਸ਼ਨ ਹੁੰਦੀਆਂ ਨੇ ਭਾਈ? ਉਹ ਹੁੰਦੀਆਂ ਨੇ ਜੀ ਜਨਰਲ ਇਲੈਕਸ਼ਨ, ਜਿਹੜੀਆਂ ਆਮ ਚੋਣਾਂ ਹੁੰਦੀਆਂ ਨੇਗੀਆਂ, ਉਹ ਬਾਈ ਇਲੈਕਸ਼ਨ ਨਹੀਂ ਹੁੰਦੀਆਂ। ਆਪਸ਼ਨ ਡੀ, ਆਪਸ਼ਨ ਸੀ ਵੀ ਗਲਤ ਹੈਗੀ, ਆਪਸ਼ਨ ਡੀ ਇੱਕੋ ਰਹੇਗੀ, ਇਹੀ ਸਹੀ ਹੈ। ਇਹ ਕੀ ਕਹਿੰਦੇ, ਇਲੈਕਸ਼ਨ ਹੈਲਡ ਇਨ 1 or more constituency due to the death or resignation of a
कैंडीडेट। ये ऑप्शन ठीक है। इत्थे ध्यान नाल पढ़ियो, कई बार एग्जामिनर तुहानू उलझा सकदा, इत्थे एक अद्धा ग्राउंड कोई होर पा दूगा, वो स्टेटमेंट तुहाडी गलत करवा दूगा। सो डेथ, रेजिग्नेशन या डिसकुआलीफिकेशन हो जी किसी कैंडीडेट की, उदों हुंदियां ने बाई इलैक्शन। करैक्ट आंसर इज ऑप्शन डी। हुण आपां बाई इलैक्शन बारे तां पढ़ लिया जी। हुण आपां दो होर टर्म्स ने इलैक्शन नूं लैके जिहदे विच अक्सर स्टूडेंट्स नूं कन्फ्यूजन रहिंदी है, ਉਹ ਵੀ ਮੈਂ ਕਲੀਅਰ ਕਰਨੀ ਚਾਹੁੰਦਾ। ਉਹ ਹੈਗੇ ਨੇ ਜੀ ਜਨਰਲ ਇਲੈਕਸ਼ਨਸ ਤੇ ਦੂਸਰੇ ਹੈਗੇ ਨੇ ਮਿਡ ਟਰਮ ਇਲੈਕਸ਼ਨ। ਪਹਿਲਾਂ ਆਪਾਂ ਮਿਡ ਟਰਮ ਇਲੈਕਸ਼ਨਸ ਬਾਰੇ ਪੜ੍ਹਦੇ ਹਾਂ। ਇਹ ਕੀ ਹੁੰਦੀਆਂ ਨੇ? ਕਹਿੰਦੇ ਸਮਟਾਈਮਸ ਲੋਕ ਸਭਾ ਔਰ ਵਿਧਾਨ ਸਭਾ ਮਾਈਟ ਬੀ ਡਿਸੋਲਵਡ ਬਿਫੋਰ ਦੇ ਕੰਪਲੀਟ देयर 5 ईयर ਟਰਮ। ਯਾਨੀ ਕਿ ਤੁਸੀਂ ਲਾ ਲਓ ਅੱਜ ਸਰਕਾਰ ਬਣੀ ਹੈ ਕਿਸੇ ਪਾਰਟੀ ਦੀ ਪੰਜਾਬ ਦੇ ਵਿੱਚ, ਪੰਜਾਬ ਵਿਧਾਨ ਸਭਾ ਦੇ ਵਿੱਚ ਉਹ ਸਰਕਾਰ ਦੇ ਜਿੰਨੇ ਐਮਐਲਏ ਜਿਨ੍ਹਾਂ ਦੀ ਮੈਜੋਰਟੀ ਹੈ ਉਹਨਾਂ ਨੇ ਮਿਲ ਕੇ ਸਰਕਾਰ ਬਣਾ ਲਈ। ਫੋਰ ਐਗਜ਼ਾਮਪਲ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਹੈਗੀ ਹੈ। ਨਾ ਚਾਹੁੰਦੇ ਹੋਏ ਆਉਣ ਵਾਲੇ ਕੁਝ ਕੁ ਸਮੇਂ ਦੇ ਵਿੱਚ ਸਾਲ ਡੇਢ ਸਾਲ ਬਾਅਦ ਇਹਨਾਂ ਦੀ ਸਰਕਾਰ ਡਿੱਗ ਜੇ। ਉਹ ਕਿਵੇਂ ਡਿੱਗ ਸਕਦੀ ਹੈ? ਇਹਨਾਂ ਦੇ ਐਮਐਲਏ ਨੇ ਜਿਹੜੇ ਕਿਸੇ ਹੋਰ ਪਾਰਟੀ ਨਾਲ ਰਲ ਕੇ ਗਠਬੰਧਨ ਕਰ ਲੈਣ, ਸਰਕਾਰ ਡਿੱਗ। ਸੋ ਜਦੋਂ ਪੂਰੀ ਸਰਕਾਰ ਹੀ ਡਿੱਗ ਜੇ ਤਾਂ ਉਦੋਂ ਕੀ ਹੋਊਗਾ? ਉਦੋਂ ਦੁਬਾਰਾ ਇਲੈਕਸ਼ਨ ਹੋਣਗੀਆਂ। ਇਲੈਕਸ਼ਨ ਹੈਲਡ ਇਨ ਸਚ ਸਿਨੈਰੀਓ ਆਸ ਨੋਨ ਐਜ਼ ਮਿਡ ਟਰਮ ਇਲੈਕਸ਼ਨ। ਇਹ ਕੀ ਕਹਿੰਦੇ? ਦੇ ਆਰ ਹੈਲਡ ਇਨ ਅ ਸਿਚੁਏਸ਼ਨ ਵੈਨ ਦੇयर इज अ हंग पार्लियामेंट which means no party has a clear majority in the house। ਕਿਸੇ ਪਾਰਟੀ ਦੀ ਕੋਈ ਮੈਜੋਰਟੀ ਨਾ ਹੋਵੇ ਤਾਂ ਉਦੋਂ ਸਰਕਾਰ ਹੀ ਨਹੀਂ ਬਣਦੀ, ਤਾਂ ਉਦੋਂ ਦੁਬਾਰਾ ਵੋਟਾਂ ਹੁੰਦੀਆਂ ਨੇ। ਉਹਨੂੰ ਕਹਿ ਦਿੰਦੇ ਨੇ ਮਿਡ ਟਰਮ ਇਲੈਕਸ਼ਨ। ਕਹਿੰਦੇ if government doesn't prove its majority again then it must have to resign and fresh elections are to be held again। ਇਹ ਹੁੰਦੇ ਨੇ ਜੀ ਮਿਡ ਟਰਮ ਇਲੈਕਸ਼ਨ। ਅੱਛਾ, ਇੱਕ ਹੋਰ ਐਗਜ਼ਾਮਪਲ ਦੇਣਾ ਜਿਹਨੂੰ ਲੈ ਕੇ ਤੁਸੀਂ ਮੈਨੂੰ ਪਤਾ ਕੁਐਸਚਨ ਪੁੱਛੋਗੇ। ਪਿੱਛੇ ਜੇ ਕੈਪਟਨ ਅਮਰਿੰਦਰ ਸਿੰਘ ਜੀ ਕਾਂਗਰਸ ਦੀ ਪਾਰਟੀ ਤੋਂ ਪੰਜਾਬ ਦੇ ਮੁੱਖ ਮੰਤਰੀ ਹੁੰਦੇ ਸੀ, ਸਾਬਕਾ ਮੁੱਖ ਮੰਤਰੀ ਹੁੰਦੇ ਸੀ। ਉਹਨਾਂ ਨੇ ਆਪਣੀ ਸੀਟ ਤੋਂ ਅਸਤੀਫਾ ਦਿੱਤਾ, ਉਹਨਾਂ ਦੀ ਜਗ੍ਹਾ ਤੇ ਆਏ ਸੀਗੇ ਚਰਨਜੀਤ ਸਿੰਘ ਚੰਨੀ। ਤੁਸੀਂ ਸੋਚਦੇ ਹੋਵੋਗੇ ਵੀ ਉੱਥੇ ਇਲੈਕਸ਼ਨਸ ਕਿਉਂ ਨਹੀਂ ਹੋਈਆਂ? ਉੱਥੇ ਇਲੈਕਸ਼ਨਸ ਤਾਂ ਨਹੀਂ ਹੋਈਆਂ ਕਿਉਂਕਿ ਉੱਥੇ ਕਾਂਗਰਸ ਪਾਰਟੀ ਦੀ ਪਹਿਲੀ ਗੱਲ ਮੈਜੋਰਟੀ ਹੈਗੀ ਸੀਗੀ ਆਪਣੇ ਵਿਧਾਨ ਸਭਾ ਯਾਨੀ ਕਿ ਆਪਣੇ ਹਾਊਸ ਦੇ ਵਿੱਚ, ਸਟੇਟ ਲੈਜਿਸਲੇਚਰ ਵਿੱਚ ਮੈਜੋਰਟੀ ਤਾਂ ਹੈਗੀ ਸੀ। ਉਹਨਾਂ ਦੇ ਐਮਐਲਏ ਥੋੜੀ ਡਿਗੇ ਨੇਗੇ, ਉਹਨਾਂ ਦੀ ਸਰਕਾਰ ਥੋੜੀ ਡਿਗੀ ਹੈ, ਉਹਨਾਂ ਦੇ ਸੀਐਮ ਨੇ ਅਸਤੀਫਾ ਦਿੱਤਾ ਹੈ। ਸੀਐਮ ਦਾ ਜਿਹੜਾ ਕੈਂਡੀਡੇਟ ਸੀ ਉਹਨਾਂ ਨੇ ਹੋਰ ਚੁਣ ਲਿਆ। ਸੋ ਉਹਨਾਂ ਦੀ ਸਰਕਾਰ ਕੰਟੀਨਿਊ ਰਹੀ। ਜੇ ਉਹਨਾਂ ਦੀ ਸਰਕਾਰ ਡਿੱਗ ਜਾਂਦੀ, ਫੋਰ ਐਗਜ਼ਾਮਪਲ ਉਹਨਾਂ ਦੇ ਮੈਜੋਰਟੀ ਆਫ ਦੀ ਹਾਊਸ ਦੇ ਵਿੱਚ ਉਹ ਪ੍ਰੂਵ ਨਾ ਕਰ ਪਾਉਂਦੇ, ਤਾਂ ਉੱਥੇ ਦੁਬਾਰਾ ਇਲੈਕਸ਼ਨ ਹੋਣੀ। ਦੂਜੀ ਗੱਲ ਜਨਰਲ ਇਲੈਕਸ਼ਨਸ, ਇਹ ਤਾਂ ਉਹ ਇਲੈਕਸ਼ਨ ਹੁੰਦੀਆਂ ਨੇ ਜਿਹੜੀਆਂ ਕਿ ਹਰ 5 ਸਾਲ ਬਾਅਦ ਹੁੰਦੀਆਂ ਨੇ। ਹੁਣ ਫੋਰ ਐਗਜ਼ਾਮਪਲ 2022 ਦੇ ਵਿੱਚ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਚੁਣੀ ਗਈ ਆ, ਇਹ 5 ਸਾਲ ਰਾਜ ਕਰੂਗੀ ਸਰਕਾਰ, ਤੇ 2027-28 ਦੇ ਵਿੱਚ ਜਿਹੜੀਆਂ ਅਗਲੀਆਂ ਵੋਟਾਂ ਹੋਣੀਆਂ ਨੇ ਉਹ ਜਨਰਲ ਇਲੈਕਸ਼ਨ ਹੋਣੀਆਂ ਨੇ। ਸਿਮਿਲਰਲੀ ਲੋਕ ਸਭਾ ਦੀ ਜਿਹੜੀਆਂ ਜਨਰਲ ਇਲੈਕਸ਼ਨ ਨੇ ਉਹ 2024 ਦੇ ਵਿੱਚ ਹੋਣ ਵਾਲੀਆਂ ਨੇ। ਸੋ ਇੱਕ ਤੁਹਾਡੇ ਸਾਰਿਆਂ ਦੇ ਲਈ ਮੈਂ ਕੁਐਸਚਨ ਲੈ ਕੇ ਆਇਆ ਲਾਸਟ ਦੇ ਵਿੱਚ। ਟੌਪਿਕ ਆਪਣਾ ਇਦਾਂ ਕਵਰ ਹੋ ਗਿਆ। ਕੁਐਸਚਨ ਪੜ੍ਹਦੇ ਆਪਾਂ। ਕਹਿੰਦੇ ਕੰਸੀਡਰ ਦਾ ਫੋਲੋਇੰਗ ਸਟੇਟਮੈਂਟਸ ਅਬਾਊਟ ਬਾਈ ਇਲੈਕਸ਼ਨ ਐਂਡ ਚੂਜ਼ ਦਾ ਕਰੈਕਟ ਵਨ। ਬਾਈ ਇਲੈਕਸ਼ਨ ਲੈ ਕੇ ਮੈਂ 3 ਸਟੇਟਮੈਂਟਸ ਬਣਾਈਆਂ ਨੇ, ਇਹਨਾਂ ਚੋਂ ਤੁਸੀਂ ਸਹੀ ਆਪਸ਼ਨ ਚੁਣਨੀ ਹੈ। ਆਪਸ਼ਨ 1 ਕੀ ਕਹਿੰਦੇ? ਕਹਿੰਦੇ ਬਾਈ ਇਲੈਕਸ਼ਨ ਆਰ ਹੈਲਡ ਵੈਨ ਲੋਕ ਸਭਾ ਔਰ ਸਟੇਟ ਲੈਜਿਸਲੇਚਰ ਗੈਟਸ dissolved before the completion of 5 years। Option B, in case of by-election, model code of conduct is applied in the whole state where by-elections are supposed to be held। ਧਿਆਨ ਨਾਲ ਪੜਿਓ ਇਹ ਸਟੇਟਮੈਂਟ। Option C, recently by-elections are organized in Jalandhar Lok Sabha constituency due to disqualification of candidate। ਸੋ ਇਹਦੀਆਂ ਮੈਂ ਤੁਹਾਨੂੰ ਆਪਸ਼ਨ ਸਾਰਿਆਂ ਨੂੰ ਦਿੱਤੀਆਂ ਨੇਗੀਆਂ। ਇਹਦਾ ਆਨਸਰ ਮੈਨੂੰ ਕਮੈਂਟ ਬਾਕਸ ਦੇ ਵਿੱਚ ਸਾਰਿਆਂ ਨੇ ਦੇਣਾ ਹੈਗਾ ਤੇ ਵਿਦ ਐਕਸਪਲੇਨੇਸ਼ਨ ਮੈਨੂੰ ਸਾਰੇ ਜਾਣੇ ਇਹਦਾ ਆਨਸਰ ਕਮੈਂਟ ਬਾਕਸ 'ਚ ਦੇਣਗੇ। ਇਹ ਕੁਐਸਚਨ ਨੂੰ ਧਿਆਨ ਨਾਲ ਪੜ੍ਹਿਓ, ਇਹਦਾ ਆਨਸਰ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਦੱਸਿਓ ਤੇ ਮੈਨੂੰ ਰੀਜ਼ਨ ਵੀ ਦੱਸਿਓ ਤੁਹਾਡੀ ਕਿਹੜੀ ਸਟੇਟਮੈਂਟ ਠੀਕ ਹੈ, ਕਿਹੜੀ ਗਲਤ ਹੈ। ਠੀਕ ਹੈ ਉਹ ਕਿਵੇਂ ਠੀਕ ਹੈ, ਗਲਤ ਹੈ ਉਹ ਕਿਵੇਂ ਗਲਤ ਹੈ। ਸੋ ਇਹ ਸੀ ਜੀ ਆਪਣਾ ਅੱਜ ਦਾ ਟੌਪਿਕ ਬਾਈ ਇਲੈਕਸ਼ਨ ਦੇ ਉੱਪਰ। ਮੈਂ ਉਮੀਦ ਕਰਦਾ ਤੁਹਾਨੂੰ ਸਾਰਿਆਂ ਨੂੰ ਟੌਪਿਕ ਸਮਝ ਆ ਗਿਆ ਹੋਊਗਾ। ਕੋਈ ਵੀ ਡਾਊਟ ਹੋਇਆ ਤਾਂ ਕਮੈਂਟ ਬਾਕਸ ਦੇ ਵਿੱਚ ਆਪਦੇ ਵਿਊਜ਼ ਨੇ ਉਹ ਜ਼ਰੂਰ ਦਿਓ। ਮੇਰੇ ਤੋਂ ਵੀਡੀਓ ਬਣਾਉਂਦੇ ਹੋਏ ਕੋਈ ਗਲਤੀ ਹੋ ਗਈ ਹੋਵੇ ਤਾਂ ਉਹ ਵੀ ਮੈਨੂੰ ਫੀਡਬੈਕ ਦੇ ਵਿੱਚ ਜ਼ਰੂਰ ਦੱਸਿਓ, ਕਿਉਂਕਿ ਅੱਜ ਮੇਰਾ ਵੀ ਪਹਿਲਾ ਦਿਨ ਸੀਗਾ। ਮੈਂ ਕੋਸ਼ਿਸ਼ ਕਰੂੰਗਾ ਵੀ ਘੱਟ ਤੋਂ ਘੱਟ ਕੋਈ ਮਿਸਟੇਕ ਹੋਵੇ। ਮੈਂ ਪੂਰੀ ਪਰਫੈਕਸ਼ਨ ਦੇ ਨਾਲ ਤੁਹਾਨੂੰ ਪੜ੍ਹਾਉਣ ਦੀ ਕੋਸ਼ਿਸ਼ ਕਰੂੰਗਾ, ਬਟ ਫਿਰ ਵੀ ਜੋ ਫੀਡਬੈਕ ਹੋਇਆ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ। ਸੋ ਇਦਾਂ ਹੀ ਆਪਾਂ ਕੱਲ੍ਹ ਨੂੰ ਇੱਕ ਨਵੇਂ ਹੋਰ ਟੌਪਿਕ ਦੇ ਨਾਲ ਮਿਲਾਂਗੇ। ਧੰਨਵਾਦ।